ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਕਿਆ ਹੋਂ ਕਥੀ ਕਥੇ ਕਦ ਦੇਖਾਂ, ਮੈਂ ਅਕਥ ਨ ਕਥਨਾ ਜਾਈ। ਜੋ ਤੁਧ ਭਾਵੈ ਸੋਈ ਆਖਾਂ, ਤਿਲ ਤੇਰੀ ਵਡਿਆਈ। ਏਤੇ ਕੂਕਰ ਹਉ ਬੇਗਾਨਾ, ਪਾਉ ਕਾਇ ਸਥਾਨ ਤਾਈ। ਭਗਤ ਹੀਣ ਨਾਨਕ ਜੇ ਹੋਏਗਾ, ਤਾਂ ਖਸਮੈ ਨਾਉ ਨਾ ਜਾਈ। ਮੁਖਿ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਣੈ, ਜਉ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ। ਬੇਸ਼ੁਮਾਰ ਅਥਾ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਸੁ ਨ ਪ੍ਰੇਮ ਉਮਾਹੜਾ, ਕਿਉ ਮਿਲਿਐ ਹਰਿ ਜਾਈ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੈ ਮਾਈ। ਅਸੁ ਨ ਪ੍ਰੇਮ ਉਮਾਹੜਾ, ਕਿਉ ਮਿਲਿਐ ਹਰਿ ਜਾਈ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੈ ਮਾਈ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਏ। ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹਿਆ ਗਾਏ। ਆਪ ਤਿਆਗ ਬਿਨਤੀ ਕਰਹਿ, ਲਿਹੋ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆ, ਸੇ ਵਿਛੁੜ ਕਤਹਿ ਨਾ ਜਾਏ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਅਸੋ ਸੁਖੀ ਵਸੰਦੀਆ, ਜਿਨਾ ਮਾਇਆ ਹਰਿ ਰਾਏ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਅਸੂ ਸੁਖੀ ਵਸੰਦੀਆ, ਜਿਨਾ ਮਾਇਆ ਹਰਿ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬੇ ਕਮਾਲ, ਜਾਗਤ ਜੋਤ, ਸਰਬੇ ਕਾਇਨਾਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਗੁਰਤਾ ਗੱਦੀ ਸੁਭਾਇਮਾਨ, ਚਵਰ ਛਤਰ ਤਖਤ ਦੇ ਮਾਲਕ, ਦੀਨਾ ਬੰਧੂ ਭਗਤ ਵਛਲ ਕਰਨਾ ਨਿਧਾਨ। ਕਲਯੁਗ ਕੇ ਰਾਖੇ
ਗਿਆਨ ਨਾਮ ਬਾਣੀ ਕੇ ਬੋਹਿਥ, ਰਾਜਾਨ ਰਾਜ ਭਾਨ ਆਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਆਓ ਜੋ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਕੁਝ ਵਿਚਾਰਾਂ ਜੋ ਕਿ ਸੰਗਰਾਂਦ ਦੇ ਪ੍ਰਥਾਏ ਹਰ ਇੱਕ ਮਹੀਨੇ ਦੇ ਬਾਬਤ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਸ਼ੁਭ ਸਿੱਖਿਆ ਸਾਨੂੰ ਸਮੁੱਚੀ ਮਾਨਵਤਾ ਦੇ ਭਲੇ ਹਿੱਤ ਦਿੱਤੀ ਹੈ। ਆਓ ਜੋ ਪਿਛਲਾ ਮਹੀਨਾ ਭਾਦਰੋਂ ਦਾ ਬਤੀਤ ਹੋ ਕੇ ਗਿਆ, ਭਾਦਰੋਂ ਦਾ ਮਹੀਨਾ ਜਿੱਥੇ ਸਮਾਪਤ ਹੋਇਆ ਅਤੇ ਉੱਥੇ ਰੁੱਤ ਵੀ ਨਾਲ ਸਮਾਪਤ ਹੋ ਗਈ ਹੈ। ਸੌਣ ਅਤੇ ਭਾਦੋਂ ਮਹੀਨੇ ਦੋ ਅਤੇ ਇਹਨਾਂ ਦੀ ਰੁੱਤ ਇੱਕ ਸੀ, ਜਿਹਨੂੰ ਕਹਿੰਦੇ ਸੀ ਪਾਵਸ ਰੁੱਤ। ਪਾਵਸ ਰੁੱਤ ਭਾਵ ਵਰਖਾ ਰੁੱਤ ਉਹ ਸਮਾਪਤ ਹੋ ਗਈ ਹੈ, ਜਿੱਥੇ ਭਾਦਰੋਂ ਦਾ ਮਹੀਨਾ ਵੀ ਸਮਾਪਤ ਹੋਇਆ ਅਤੇ ਨਾਲ ਇਹ ਰੁੱਤ ਵੀ ਸਮਾਪਤ ਹੋ ਗਈ ਹੈ। ਅਤੇ ਹੁਣ ਜਿਹੜਾ ਨਵਾਂ ਮਹੀਨਾ ਚੜ੍ਹਿਆ ਆਰੰਭ ਹੋ ਰਿਹਾ ਹੈ ਉਹ ਹੈ ਅੱਸੂ ਦਾ ਮਹੀਨਾ। ਅੱਸੂ ਔਰ ਕੱਤਾ ਦੋ ਮਹੀਨੇ ਅਤੇ ਇਹਨਾਂ ਦੀ ਇੱਕ ਰੁੱਤ ਰਹੇਗੀ, ਜਿਹਦਾ ਨਾਮ ਹੈ ਸਰਦ ਰੁੱਤ। ਅੱਸੂ ਕੱਤਾ ਸਰਦ ਰੁੱਤ, ਇਹ ਸਰਦ ਰੁੱਤ ਦਾ ਪਹਿਲਾ ਮਹੀਨਾ ਆਰੰਭ ਹੋਣ ਜਾ ਰਿਹਾ। ਰੁੱਤ ਸਰਦ ਅਡੰਬਰੋ, ਅੱਸੂ ਕੱਤਕੇ ਹਰ ਪਿਆਸ ਜੀਓ, ਬਾਣੀ ਦਾ ਫਰਮਾਨ ਹੈ। ਸੋ ਕਹਿਣ ਤੋਂ ਭਾਵ ਗੁਰੂ ਪਿਆਰਿਓ, ਇਹ ਜੋ ਅਗਲਾ ਮਹੀਨਾ ਪ੍ਰਾਰੰਭ ਹੋ ਰਿਹਾ ਹੈ ਅੱਸੂ ਦਾ ਮਹੀਨਾ, ਅਤੇ ਅੱਸੂ ਦਾ ਮਹੀਨਾ ਪਹਿਲਾ ਮਹੀਨਾ ਹੈ ਸਰਦ ਰੁੱਤ ਦਾ, ਅਤੇ ਉਸ ਤੋਂ ਬਾਅਦ ਜਿਹੜਾ ਕੱਤਕ ਦਾ ਮਹੀਨਾ ਆਰੰਭ ਹੋਏਗਾ, ਮਹੀਨਾ ਤਾਂ ਆਰੰਭ ਹੋਏਗਾ ਪਰ ਰੁੱਤ ਉਹੀ ਰਹੇਗੀ। ਸੋ ਆਓ ਅੱਸੂ ਦੇ ਮਹੀਨੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕੀ ਉਪਦੇਸ਼ ਦੇ ਰਹੇ ਹੈ। ਸਭ ਤੋਂ ਪਹਿਲਾਂ ਜੋ ਹਰ ਮਹੀਨੇ ਦੀ ਆਰੰਭਤਾ ਦੇ ਵਿੱਚ ਇਹ ਵਿਚਾਰ ਸਾਂਝੀ ਕੀਤੀ ਜਾਂਦੀ ਹੈ ਕਿ ਸੰਗਰਾਂਦ ਕਿਹਨੂੰ ਕਹਿੰਦੇ ਆ। ਸੰਗਰਾਂਦ ਉਹ ਹੈ ਜਿਸ ਦਿਨ ਸੂਰਜ ਆਪਣੀ ਪਿਛਲੀ ਰਾਸ ਨੂੰ ਛੱਡ ਕੇ ਨਵੇਂ ਰਾਸ ਵਿੱਚ ਪ੍ਰਵੇਸ਼ ਕਰੇ। ਰਾਸ ਤੋਂ ਭਾਵ ਰਸਤਾ ਹੈ, ਰਾਸ਼ੀਆਂ ਦਾ ਨਹੀਂ। ਗੁਰਮਤਿ ਸਿਧਾਂਤ ਦੇ ਅਨੁਸਾਰ, ਕਿਉਂਕਿ ਗੁਰੂ ਘਰ ਦਾ ਰਾਸ਼ੀਆਂ ਦੇ ਨਾਲ ਕੋਈ ਸੰਬੰਧ ਨਹੀਂ, ਇੱਥੇ ਰਾਸੀ ਤੋਂ ਭਾਵ ਰਸਤੇ ਦਾ ਹੈ, ਰਾਸ ਤੋਂ ਭਾਵ ਰਸਤੇ ਦਾ ਹੈ ਕਿ ਜਿਸ ਦਿਨ ਸੂਰਜ ਪਿਛਲੀ ਰਾਸ ਨੂੰ ਛੱਡ ਕੇ ਨਵੇਂ ਰਾਸ ਵਿੱਚ ਪ੍ਰਵੇਸ਼ ਕਰਦਾ ਹੈ, ਭਾਵ ਪਿਛਲੇ ਰਸਤੇ ਨੂੰ ਤਿਆਗਦਾ ਅਤੇ ਨਵੇਂ ਰਸਤੇ ਵਿੱਚ ਪ੍ਰਵੇਸ਼ ਕਰਦਾ ਹੈ, ਉਹਦੇ ਨਾਲ ਜੋ ਤਬਦੀਲੀ ਆਉਂਦੀ ਹੈ, ਪ੍ਰਕਿਰਤੀ ਦੇ ਅੰਦਰ ਜੋ ਕੁਛ ਤਬਦੀਲ ਹੁੰਦਾ ਹੈ ਉਹਦਾ ਅਸਰ ਪੈਂਦਾ ਹੈ, ਪ੍ਰਕਿਰਤੀ 'ਤੇ ਸਾਰਾ ਇਹਦਾ ਪ੍ਰਭਾਵ ਪੈਂਦਾ ਹੈ। ਸੋ ਉਸ ਦਿਨ ਹੁੰਦੀ ਹੈ ਸੰਗਰਾਂਦ। ਸੋ ਆਓ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਕੁਝ ਵਿਚਾਰਾਂ ਸਾਂਝੀਆਂ ਕਰਨ ਦਾ ਜੋ ਸੁਭਾਗ ਸਮਾਂ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਆਸੋ ਨਉ ਪ੍ਰੇਮ ਉਬਾਹੜਾ, ਕਿਉ ਮਿਲਿਆ ਹਰ ਜਾਏ। ਅੱਸੂ ਦੇ ਮਹੀਨੇ ਵਿੱਚ ਕਹਿੰਦੇ ਜਿਨ੍ਹਾਂ ਜਗਿਆਸੂਆਂ ਦਾ ਪ੍ਰੇਮ ਦੇ ਵਿੱਚ ਆ ਕੇ ਆਪਣੇ ਪ੍ਰਭੂ ਦੇ ਮਿਲਾਪ ਦੇ ਵਿੱਚ, ਅੱਸੂ ਨੂੰ ਪ੍ਰੇਮ ਉਮਾਹੜਾ, ਉਮਾਹੜਾ ਭਾਵ ਮਿਲਣ ਦਾ ਚਾਅ ਉਤਸ਼ਾਹ ਹੀ ਹੋਵੇ। ਅੱਸੂ ਨ ਪ੍ਰੇਮ ਉਮਾਹੜਾ, ਕਿਉਂ ਮਿਲੀਐ ਹਰ ਜਾਏ। ਅਤੇ ਆਪਣੇ ਉਸ ਹਰੀ ਪ੍ਰਭੂ ਪਰਮੇਸ਼ਰ ਨੂੰ ਕਿਵੇਂ ਮਿਲਿਆ ਜਾ ਸਕੇ, ਮਿਲਣ ਦਾ ਉਮਾਹ ਲੱਗਿਆ ਹੋਇਆ ਜਿਨ੍ਹਾਂ ਨੂੰ। ਅੱਸੂ ਨ ਪ੍ਰੇਮ ਉਮਾਹੜਾ, ਇਤਨੀ ਖਿੱਚ ਹੋਵੇ ਪ੍ਰੇਮ ਦੀ ਕਿ ਹਰ ਵੇਲੇ ਇਹ ਯਤਨ ਹੋਵੇ ਕਿ ਮੇਰਾ ਕਿਵੇਂ ਨਾ ਕਿਵੇਂ ਆਪਣੇ ਉਸ ਪ੍ਰਭੂ ਦੇ ਨਾਲ ਮਿਲਾਪ ਹੋਵੇ, ਮੈਂ ਉਹਨੂੰ ਕਿਵੇਂ ਮਿਲ ਸਕਦਾ, ਇਹ ਮਿਲਣ ਦੀ ਇੱਛਾ ਜਿਹੜੀ ਹੈ ਇਹ ਕਿਵੇਂ ਪੂਰੀ ਹੋ ਸਕਦੀ ਹੈ, ਐਸਾ ਪ੍ਰੇਮ ਹੋਵੇ। ਅੱਸੂ ਨ ਪ੍ਰੇਮ ਉਮਾਹੜਾ, ਕਿਉਂ ਮਿਲੀਐ ਹਰ ਜਾਏ, ਕਿਸ ਤਰੀਕੇ ਅਨੁਸਾਰ ਉਹਨੂੰ ਜਾ ਕੇ ਮਿਲਿਆ ਜਾ ਸਕਦਾ ਹੈ ਜੀ। ਮਾਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੇ ਮਾਏ। ਮੇਰੇ ਮਨ ਔਰ ਤਨ ਵਿੱਚ ਘਣੀ ਕਹੀਏ ਬਹੁਤੀ ਪਿਆਸ ਲੱਗੀ ਹੋਈ ਹੈ ਮਿਲਣ ਦੀ,
ਦਰਸ਼ਨਾਂ ਦੀ। ਜਿਵੇਂ ਮਹਾਰਾਜ ਬਾਣੀ ਵਿੱਚ ਫਰਮਾਨ ਕਰਦੇ ਹੈ ਨਾ ਕਿ ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬਹੁ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਦਰਸ਼ਨਾਂ ਦੀ ਘਣੀ ਪਿਆਸ ਲੱਗੀ ਹੋਵੇ, ਮਨ ਤਨ ਪਿਆਸ ਦਰਸ਼ਨ ਘਣੀ, ਦਰਸ਼ਨਾਂ ਦੀ ਘਣੀ ਪਿਆਸ, ਬਹੁਤੀ ਪਿਆਸ ਲੱਗੀ ਹੋਵੇ। ਸੋ ਇਸ ਕਰਕੇ ਪਿਆਸ ਜਿਹੜੀ ਹੈ ਔਰ ਭੁੱਖ ਜਿਹੜੀ ਹੈ, ਇਹ ਦੋ ਚੀਜ਼ਾਂ ਨੇ ਜਿਨ੍ਹਾਂ ਦਾ ਅਸਰ ਹੁੰਦਾ ਹੈ। ਪਿਆਸ ਵੀ ਲੱਗਦੀ ਹੈ, ਭੁੱਖ ਵੀ ਲੱਗਦੀ ਹੈ। ਅਤੇ ਮਹਾਰਾਜ ਸਾਹਿਬ ਜੀ ਇੱਥੇ ਅੰਤਰੀਵ ਪਿਆਸ ਅਤੇ ਭੁੱਖ ਦੀ ਵੀ ਗੱਲ ਕਰਦੇ ਹੈ ਕਿ ਮਨ ਤਨ ਪਿਆਸ ਦਰਸ਼ਨ ਘਣੀ, ਅੰਤਰੀਵ ਪਿਆਸ ਦੀ ਗੱਲ ਕਰਦੇ ਹੈ। ਔਰ ਮਨ ਔਰ ਤਨ ਨੂੰ ਕਹਿੰਦੇ ਘਣੀ ਕੀ ਹੈ, ਬਹੁਤੀ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਦਰਸ਼ਨ ਪਿਆਸੀ ਦਿਨ ਸਰਾਤ, ਦਰਸ ਤੇਰੇ ਕੀ ਪਿਆਸ ਮਨ ਲਾਗੀ, ਤੇਰੇ ਦਰਸ਼ਨਾਂ ਦੀ ਪਿਆਸ ਮਨ ਵਿੱਚ ਲੱਗੀ ਹੀ ਹੈ। ਇਹ ਪਿਆਸ ਕਿਤੇ ਸਾਨੂੰ ਲੱਗੇ ਗੁਰੂ ਪਿਆਰਿਓ, ਸਾਡਾ ਪ੍ਰੇਮ ਹੋਵੇ ਆਪਣੇ ਗੁਰਦੇਵ ਦੇ ਨਾਲ, ਉਹ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਨੂੰ ਮਿਲਣ ਦੀ ਸਾਡੀ ਵੀ ਕਿਤੇ ਇੱਛਾ ਬਣੇ, ਅਤੇ ਦਰਸ਼ਨਾਂ ਦੀ ਪਿਆਸ ਸਾਨੂੰ ਵੀ ਲੱਗੇ। ਭੁੱਖ ਅਤੇ ਪਿਆਸ ਜਿਹੜੀ ਹੈ, ਸਤਿਗੁਰ ਪਾਤਸ਼ਾਹ ਜੀ ਕਹਿੰਦੇ ਹੈ ਸਾਨੂੰ ਜੇਕਰ ਉਹ ਪਿਆਸ ਲੱਗ ਜਾਏ, ਜਿਵੇਂ ਮਹਾਰਾਜ ਸਾਹਿਬ ਜੀ ਇੱਥੇ ਦਰਸ਼ਨਾਂ ਦੀ ਘਣੀ ਪਿਆਸ ਦੀ ਗੱਲ ਕਰਦੇ ਹੈ। ਅਤੇ ਕਈ ਥਾਵਾਂ 'ਤੇ ਭੁੱਖ ਦੀ ਗੱਲ ਵੀ ਆਉਂਦੀ ਹੈ, ਜਿਵੇਂ ਸਾਚੇ ਨਾਮ ਕੀ ਲਾਗੈ ਭੂਖ, ਉਸ ਭੁੱਖ ਹੈ ਖਾਏ ਚਲੀਐ ਦੁੱਖ। ਭੁੱਖ ਅਤੇ ਪਿਆਸ, ਆਪਣੇ ਪ੍ਰਭੂ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਲੱਗਣੀ ਅਤੇ ਉਸ ਪ੍ਰਭੂ ਪਰਮੇਸ਼ਰ ਦੇ ਅਕਾਲ ਪੁਰਖ ਦੇ ਨਾਮ ਦੀ ਭੁੱਖ ਲੱਗਣੀ, ਨਾਮ ਜਪਣ ਦੀ ਭੁੱਖ ਲੱਗਣੀ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਮੇਰੇ ਮਨ ਔਰ ਤਨ ਵਿੱਚ ਆਪਣੇ ਉਸ ਪਰਮੇਸ਼ਰ ਦੇ ਦਰਸ਼ਨਾਂ ਦੀ ਘਣੀ ਪਿਆਸ ਲੱਗੀ ਹੋਈ ਹੈ। ਕੋਈ ਆਣ ਮਿਲਾਵੇ ਮਾਏ, ਅਤੇ ਕਹਿੰਦੇ ਕੋਈ ਐਸਾ ਕੋਈ ਪ੍ਰਭੂ ਦਾ ਪਿਆਰਾ ਹੋਵੇ ਜਿਹੜਾ ਮੈਨੂੰ ਲਿਆ ਕੇ ਮੇਰੇ ਪਰਮੇਸ਼ਰ ਨੂੰ ਮੈਨੂੰ ਮਿਲਾ ਦੇਵੇ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਮਿਲਾਵੇ ਤਾਂ ਸਹੀ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ, ਅਤੇ ਜੇ ਕੋਈ ਮਿਲਾ ਸਕਦਾ ਹੈ ਤਾਂ ਕੌਣ ਹੈ? ਅਤੇ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਆ, ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ। ਜਿਹੜੇ ਸੰਤ ਨੇ, ਰੱਬ ਦੇ ਪਿਆਰੇ ਨੇ, ਮਹਾਤਮਾ ਨੇ, ਅਤੇ ਉਹ ਸਹਾਈ ਹੁੰਦੇ ਆ ਜੀਵਾਂ ਨੂੰ, ਜਗਿਆਸੂਆਂ ਨੂੰ ਪ੍ਰਭੂ ਦੇ ਨਾਲ ਮਿਲਾਉਣ ਦੇ ਵਿੱਚ ਉਹ ਸਹਾਇਤਾ ਕਰਦੇ ਆ। ਕਿਉਂ? ਕਿਉਂਕਿ ਉਹ ਆਪ ਮਿਲੇ ਹੋਏ ਹੁੰਦੇ ਹੈ ਤਾਂ ਮਿਲਾ ਸਕਦੇ ਹੈ। ਜਿਹੜਾ ਮਿਲਿਆ ਹੋਇਆ ਉਹੀ ਮਿਲਾ ਸਕਦਾ ਹੈ, ਜਿਹੜਾ ਆਪ ਹੀ ਨਹੀਂ ਮਿਲਿਆ ਅਤੇ ਉਹ ਕਿਸੇ ਨੂੰ ਕੀ ਮਿਲਾਏਗਾ। ਗੱਲ ਮਿਲਣ ਦੀ ਹੈ, ਮਿਲਾਪ ਦੀ ਹੈ। ਜਿਹੜਾ ਆਪ ਮਿਲਿਆ ਹੋਇਆ ਹੈ ਅਤੇ ਉਹੀ ਮਿਲਾ ਸਕਦਾ। ਮਿਲਿਆ ਹੋਇਆ ਕੌਣ ਹੈ? ਉਹ ਸੰਤ, ਜੋ ਮਹਾਤਮਾ, ਭਗਤ, ਪਿਆਰਾ, ਜਿਹੜਾ ਆਪ ਪ੍ਰਭੂ ਦੇ ਨਾਲ ਮਿਲਿਆ ਹੋਇਆ, ਅਤੇ ਫਿਰ ਉਹ ਦੂਸਰਿਆਂ ਨੂੰ ਵੀ ਮਿਲਾਉਣ ਦੇ ਵਿੱਚ ਸਹਾਈ ਬਣਦਾ। ਸੰਤ ਸਹਾਈ ਜੀਅ ਕੇ ਭਵ ਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ। ਸੰਤ ਸਹਾਈ ਹੁੰਦੇ ਹੈ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ, ਉਹ ਮਿਲਾ ਲੈਂਦੇ ਹੈ। ਜਗਿਆਸੂਆਂ ਨੂੰ ਪਰਮੇਸ਼ਰ ਦੇ ਨਾਲ ਮਿਲਾਉਣ ਵਿੱਚ ਸਹਾਇਤਾ ਕਰਦੇ ਹੈ ਸੰਤ। ਪਰ ਖਿਮਾ ਕਰਨੀ, ਅੱਜ ਦਾ ਜੋ ਅਜੋਕਾ ਸਮਾਂ ਚੱਲ ਰਿਹਾ ਗੁਰੂ ਪਿਆਰਿਓ, ਦਾਸ ਇਹ ਵੀ ਗੱਲ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਹੈ ਕਿ ਅੱਜ ਇਹਦਾ ਵੀ ਪ੍ਰਚਾਰ ਹੋਇਆ ਵੀ ਸੰਤ ਨਾ ਜੀ ਕਿਸੇ ਨੂੰ ਕਹੋ। ਗੁਰੂ ਪਿਆਰਿਓ, ਸੰਤ ਉਹ ਹੈ ਜਿਹਨੂੰ ਬਾਣੀ ਸੰਤ ਮੰਨਦੀ ਹੈ। ਜਿਨ੍ਹਾਂ ਸਾਸ ਗਿਰਾਸ ਨਾ ਵੀਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਉਹ ਹੈ ਸੰਤ। ਸੰਤ ਕੋਈ ਕੱਪੜਿਆਂ ਦਾ ਨਾਮ ਨਹੀਂ, ਸੰਤ ਕੋਈ ਲਿਬਾਸ ਪਾ ਕੇ ਬਣਨ ਵਾਲੀ ਕੋਈ ਖੇਡ ਨਹੀਂ, ਉਹ ਅਵਸਥਾ ਦਾ ਨਾਮ ਹੈ, ਕਰਨੀ ਦਾ ਨਾਮ ਸੰਤ ਹੈ। ਸੰਤ ਉਹ ਹੈ ਜਿਹਨੇ ਕਮਾਈ ਕੀਤੀ ਹੈ, ਪ੍ਰਭੂ ਦੇ ਨਾਲ ਮਿਲਾਪ ਕੀਤਾ ਹੈ। ਇਹ ਨਹੀਂ ਕਿ ਡਫਾਂਗ ਰਚ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਮਗਰ ਲਾਇਆ ਅਤੇ ਉਹਨਾਂ ਦੇ ਪਦਾਰਥ ਲੁੱਟ ਰਹੇ ਹੈ। ਐਸਾ ਸੰਤ ਨਹੀਂ ਹੁੰਦਾ।
ਸੰਤ ਦਿਖਾਵੇ ਦਾ ਨਾਮ ਨਹੀਂ ਹੈ ਗੁਰੂ ਪਿਆਰਿਓ, ਸੰਤ ਅਵਸਥਾ ਦਾ ਨਾਮ ਹੈ, ਸੰਤ ਕਰਨੀ ਦਾ ਨਾਮ ਹੈ। ਸੰਤ ਕੌਣ ਹੈ? ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵੀ ਆਪਣੇ ਬਾਣੀ ਵਿੱਚ ਐਸਾ ਫਰਮਾਨ ਕਰਦੇ ਆ ਵੀ ਸੰਤ ਹੁੰਦਾ ਕੌਣ ਹੈ। ਉਹਨਾਂ ਨੇ ਪਹਿਲਾਂ ਕੁਝ ਨਿਰਣਾ ਕੀਤਾ ਹੈ, ਉਦਾਹਰਨਾਂ ਦੇ ਕੇ ਸਿੱਧ ਕੀਤਾ ਹੈ ਕਿ ਸੰਤ ਕੌਣ ਹੁੰਦਾ ਹੈ। ਕਹਿੰਦੇ ਜੈਸੇ ਚੂਨੋ ਖਾਂਡ ਸਵੇਤ ਏਕ ਸੇ ਦਿਖਾਈ ਦੇਤ, ਪਾਈਏ ਤੋ ਸਵਾਦ ਰਸ ਰਸਨਾ ਕੈ ਚਾਖੀਐ। ਕਹਿੰਦੇ ਚੂਨਾ ਜਿਹੜਾ ਹੈ ਉਹ ਵੀ ਚਿੱਟਾ ਹੈ, ਖੰਡ ਜਿਹੜੀ ਹੈ ਉਹ ਵੀ ਚਿੱਟੀ ਹੈ। ਦੇਖਣ ਵਿੱਚ ਅੱਖਾਂ ਨਿਰਣਾ ਨਹੀਂ ਕਰ ਸਕਦੀਆਂ। ਹੋ ਸਕਦਾ ਹੈ ਕੋਈ ਭੁਲੇਖਾ ਖਾ ਜਾਏ ਅੱਖਾਂ ਨੂੰ ਦੇਖਣ ਨਾਲ, ਅਤੇ ਉਹ ਚੂਨੇ ਨੂੰ ਖੰਡ ਦੱਸੀ ਜਾਏ ਅਤੇ ਖੰਡ ਨੂੰ ਚੂਨਾ ਦੱਸੀ ਜਾਏ, ਕਿਉਂਕਿ ਦੇਖਣ ਨੂੰ ਚਿੱਟੇ ਹੀ ਹੈ। ਜੈਸੇ ਚੂਨੋ ਖਾਂਡ ਸਵੇਤ, ਸਵੇਤ ਤੋਂ ਭਾਵ ਚਿੱਟੇ, ਏਕ ਸੇ ਦਿਖਾਈ ਦੇਤ, ਦੇਖਣ ਨੂੰ ਇੱਕੋ ਜਿਹੇ ਦਿਖਦੇ ਹੈ, ਦੇਖਣ ਨੂੰ ਉਹ ਦੋਨੇ ਚਿੱਟੇ ਹੀ ਲੱਗਦੇ ਹੈ ਕਿ ਉਹ ਭੁਲੇਖਾ ਕੋਈ ਖਾ ਸਕਦਾ ਹੈ। ਪਰ ਕਹਿੰਦੇ ਪਤਾ ਕਿਵੇਂ ਚੱਲੇਗਾ? ਪਾਈਐ ਤੋ ਸਵਾਦ ਰਸ ਰਸਨਾ ਕੈ ਚਾਖੀਐ। ਜਦੋਂ ਕਹਿੰਦੇ ਰਸਨਾ ਭਾਵ ਜ਼ੁਬਾਨ 'ਤੇ ਜੀਭਾਂ 'ਤੇ ਰੱਖਿਆ ਜਾਏਗਾ ਨਾ, ਫਿਰ ਪਤਾ ਚੱਲੇਗਾ ਕਿ ਇਹ ਤਾਂ ਖੰਡ ਹੈ ਅਤੇ ਇਹ ਤਾਂ ਚੂਨਾ ਹੈ। ਜਿਹਨੂੰ ਭੁਲੇਖਾ ਸਮਝ ਗਏ, ਭੁਲੇਖਾ ਸਮਝ ਕੇ ਕਿ ਇਹ ਤਾਂ ਚੂਨੇ ਨੂੰ ਅਸੀਂ ਖੰਡ ਕਹਿ ਸਕਦੇ ਹਾਂ ਅਤੇ ਖੰਡ ਨੂੰ ਅਸੀਂ ਚੂਨਾ ਕਹਿ ਸਕਦੇ ਹਾਂ। ਪਾਈਐ ਤੋਂ ਸਵਾਦ ਰਸ ਰਸਨਾ ਕੈ ਚਾਖੀਐ, ਅੱਖਾਂ ਨਿਰਣਾ ਨਹੀਂ ਕਰ ਸਕਦੀਆਂ, ਪਰ ਜ਼ੁਬਾਨ ਜਿਹੜੀ ਸਾਡੀ ਜੀਭ ਹੈ ਇਹ ਰਸਨਾ, ਇਹ ਜ਼ੁਬਾਨ ਸਾਡੀ ਨਿਰਣਾ ਕਰੇਗੀ। ਅੱਖਾਂ ਨਿਰਣਾ ਨਹੀਂ ਕਰ ਸਕਦੀਆਂ, ਅੱਖਾਂ ਤਾਂ ਵੇਖ ਕੇ ਭੁਲੇਖਾ ਖਾ ਸਕਦੀਆਂ ਨੇ। ਦੂਸਰਾ ਪ੍ਰਮਾਣ ਭਾਈ ਸਾਹਿਬ ਦਿੰਦੇ ਹੈ, ਕਹਿੰਦੇ ਜੈਸੇ ਪੀਤ ਵਰਨ ਹੀ ਹੇਮ ਔਰ ਪੀਤਰ ਹੋਏ। ਪਿੱਤਲ ਵੀ ਪੀਲਾ ਹੁੰਦਾ ਹੈ ਅਤੇ ਸੋਨਾ ਵੀ ਪੀਲਾ ਹੁੰਦਾ ਹੈ। ਦੇਖ ਕੇ ਕੋਈ ਵੀ ਭੁਲੇਖਾ ਖਾ ਸਕਦਾ ਹੈ। ਭੁਲੇਖੇ ਵਿੱਚ ਕੋਈ ਸੋਨੇ ਨੂੰ ਪਿੱਤਲ ਕਹਿ ਦੇਵੇ ਅਤੇ ਪਿੱਤਲ ਨੂੰ ਕੋਈ ਸੋਨਾ ਕਹਿ ਸਕਦਾ। ਕਈ ਵਾਰ ਭੁਲੇਖਾ ਲੱਗ ਪੈਂਦਾ ਹੈ। ਜਿਹੜੇ ਨਕਲੀ ਗਹਿਣੇ ਹੁੰਦੇ ਹੈ ਉਹ ਅਸਲੀਆਂ ਨਾਲੋਂ ਵੀ ਵੱਧ ਚਮਕਦੇ ਹੈ, ਅਤੇ ਅਸੀਂ ਭੁਲੇਖਾ ਖਾ ਕੇ ਇਹ ਸਮਝੀਏ ਕਿ ਇਹ ਅਸਲੀ ਗਹਿਣੇ ਹੈ, ਪਰ ਨਹੀਂ, ਐਸਾ ਨਹੀਂ। ਕਹਿੰਦੇ ਕੋਈ ਭੁਲੇਖਾ ਖਾ ਸਕਦਾ ਹੈ, ਅੱਖਾਂ ਨਿਰਣਾ ਨਹੀਂ ਕਰ ਸਕਦੀਆਂ, ਪਰ ਕਹਿੰਦੇ ਨਿਰਣਾ ਕਿਵੇਂ ਹੋਏਗਾ? ਜੈਸੇ ਪੀਤ ਵਰਨ ਹੀ ਹੇਮ ਔਰ ਪੀਤਰ ਹੋਏ, ਜਾਨੀਐ ਮਹੱਤ ਪਾਰਖਦ ਅਗਰ ਰਾਖੀ ਹੈ। ਜਿਹੜਾ ਸੁਨਿਆਰਾ ਹੈ ਨਾ, ਪਾਰਖੂ ਹੈ, ਉਹਦੇ ਅੱਗੇ ਰੱਖਾਂਗੇ, ਉਹ ਦੱਸ ਦੇਗਾ ਕਿ ਭਾਈ ਜਿਹੜਾ ਤੂੰ ਚੱਕੀ ਫਿਰਦਾ ਇਹ ਤਾਂ ਪਿੱਤਲ ਹੈ, ਜਿਹਨੂੰ ਤੂੰ ਸੋਨਾ ਸਮਝੀ ਫਿਰਦਾ ਹੈ। ਸੋ ਇਸ ਕਰਕੇ ਅੱਖਾਂ ਨਿਰਣਾ ਨਹੀਂ ਕਰ ਸਕਦੀਆਂ, ਨਿਰਣਾ ਹੋਏਗਾ ਪਾਰਖੂ ਦੇ ਅੱਗੇ ਰੱਖ ਕੇ। ਤੀਸਰਾ ਪ੍ਰਮਾਣ ਭਾਈ ਸਾਹਿਬ ਦਿੰਦੇ ਆ, ਜੈਸੇ ਕਊਆ ਕੋਕਲਾ ਹੈ ਦੋਨੋਂ ਖੱਗ ਸਿਆਮ ਤਨ। ਕਹਿੰਦੇ ਕਾਂ ਵੀ ਕਾਲਾ ਹੈ, ਕੋਇਲ ਵੀ ਕਾਲੀ ਹੈ, ਵੇਖਣ ਨੂੰ ਦੋਨੇ ਇੱਕੋ ਜਿਹੇ ਲੱਗਦੇ ਹੈ, ਪਰ ਕਹਿੰਦੇ ਅੱਖਾਂ ਨਿਰਣਾ ਨਹੀਂ ਕਰ ਸਕਦੀਆਂ। ਪਤਾ ਕਿਵੇਂ ਚੱਲੇਗਾ? ਜਦੋਂ ਬੋਲਣਗੇ। ਜੈਸੇ ਕਊਆ ਕੋਕਲਾ ਹੈ ਦੋਨੋਂ ਖੱਗ ਸਿਆਮ ਤਨ, ਬੂਝੀਐ ਅਸ਼ੁਭ ਸ਼ੁਭ ਸ਼ਬਦ ਸੁਭਾਖੀ ਹੈ। ਅਤੇ ਕਹਿੰਦੇ ਜਦੋਂ ਬੋਲਣਗੇ ਪਤਾ ਚੱਲੇਗਾ। ਕਾਂ ਕਿਸੇ ਨੂੰ ਬੋਲਦਾ ਚੰਗਾ ਨਹੀਂ ਲੱਗਦਾ, ਅਤੇ ਕੋਇਲ ਜਦੋਂ ਬੋਲਦੀ ਹੈ ਦਿਲ ਮੋਹ ਲੈਂਦੀ ਹੈ, ਅਤੇ ਕੋਇਲ ਜਦੋਂ ਵੀ ਬੋਲਦੀ ਹੈ ਮਿੱਠੀ ਧੁਨ ਵਿੱਚ ਬੋਲਦੀ ਹੈ, ਅਤੇ ਕਾਂ ਕਿਸੇ ਨੂੰ ਬੋਲਦਾ ਚੰਗਾ ਨਹੀਂ ਲੱਗਦਾ। ਸਗੋਂ ਜੇ ਕਿਸੇ ਨੂੰ ਨਿਰਾਦਰ ਦੇਣਾ ਹੋਵੇ ਤਾਂ ਕਿਹਾ ਜਾਂਦਾ ਹੈ, ਜਦੋਂ ਕੋਈ ਬਹੁਤਾ ਬੋਲਦਾ ਹੋਵੇ ਅਤੇ ਕਿਹਾ ਜਾਂਦਾ ਨਾ ਵੀ ਕਿਉਂ ਕਾਂ ਕਾਂ ਲਾਈ ਹੈ। ਕਾਂ ਇੱਕ ਨਿਰਾਦਰ ਕਰਨ ਵਾਸਤੇ ਤਾਂ ਅਸੀਂ ਉਦਾਹਰਨ ਲੈ ਲੈਂਦੇ ਹਾਂ, ਪਰ ਜਦੋਂ ਕਿਸੇ ਸੁਰੀਲੀ ਆਵਾਜ਼ ਵਾਲੇ ਨੂੰ ਸੁਣਦੇ ਹਾਂ ਤਾਂ ਕੀ ਕਹਿੰਦੇ ਹਾਂ ਵੀ ਤੇਰੀ ਆਵਾਜ਼ ਤਾਂ ਬਈ ਕੋਇਲ ਵਰਗੀ ਹੈ। ਕੋਇਲ ਸਭ ਨੂੰ ਚੰਗੀ ਲੱਗਦੀ ਹੈ, ਕਾਂ ਜਿਹੜਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਕਦੇ ਕਿਸੇ ਨੇ ਕਿਹਾ ਵੀ ਕਿਉਂ ਕੋਇਲ ਕੋਇਲ ਲਾਈ ਹੈ? ਨਹੀਂ, ਕੋਇਲ ਨੂੰ ਇੱਕ ਕਿਸੇ ਦੀ ਪ੍ਰਸਿੱਧੀ ਵਾਸਤੇ, ਕਿਸੇ ਦੀ ਗੁਣਾਂ ਦੀ ਪ੍ਰਸਿੱਧੀ ਵਾਸਤੇ, ਉਹਦੀ ਸ਼ਲਾਘਾ ਕਰਨ ਵਾਸਤੇ ਕੋਇਲ ਦੀ ਉਦਾਹਰਨਾਂ ਦੇ ਦਿੱਤੀ ਜਾਂਦੀ ਹੈ, ਪਰ ਕਾਂ ਜਿਹੜਾ ਹੈ ਉਹਨੂੰ ਨਿਰਾਦਰ ਦੇਣ ਵਾਸਤੇ। ਸੋ ਇਸ ਕਰਕੇ ਜਦੋਂ ਬੋਲਣਗੇ ਅੱਖਾਂ ਨਿਰਣਾ ਨਹੀਂ ਕਰ ਸਕਦੀਆਂ, ਭਾਵੇਂ ਇੱਕੋ ਜਿਹੇ ਲੱਗਦੇ ਆ ਵੇਖਣ ਨੂੰ, ਕਾਲੇ ਰੰਗ ਦੇ। ਜੈਸੇ ਕਊਆ ਕੋਕਲਾ ਹੈ ਦੋਨੋਂ ਖੱਗ ਸਿਆਮ ਤਨ, ਪਰ ਕਹਿੰਦੇ ਬੂਝੀਐ ਅਸ਼ੁਭ ਸ਼ੁਭ ਸ਼ਬਦ ਸੁਭਾਖੀ ਹੈ। ਜਦੋਂ ਬੋਲਣਗੇ ਫਿਰ ਪਤਾ ਚੱਲੇਗਾ। ਕਹਿੰਦੇ ਐਸੇ ਹੀ, ਜਿਹੜੇ ਇਹ ਤਿੰਨ ਉਦਾਹਰਨਾਂ ਦਿੱਤੀਆਂ ਨੇ, ਕਹਿੰਦੇ ਤੈਸੇ ਹੀ ਅਸਾਧ ਸਾਧ ਚਿਹਨ ਕੇ ਸਮਾਨ ਹੋਤ। ਭਾਵੇਂ ਸਾਧੂ ਹੈ ਭਾਵੇਂ ਅਸਾਧ ਹੈ, ਵੇਖਣ ਨੂੰ ਇੱਕੋ ਜਿਹੇ ਲੱਗਦੇ ਹੈ,
ਅੱਖਾਂ ਨਿਰਣਾ ਨਹੀਂ ਕਰ ਸਕਦੀਆਂ, ਪਰ ਕਹਿੰਦੇ ਪਤਾ ਕਿਵੇਂ ਚੱਲੇਗਾ? ਕਰਨੀ ਕਰਤੂਤ ਲਜ ਲਖਨ ਕਹਿ ਲਾਖੀ ਹੈ, ਕਿ ਸੰਤ ਦੀ ਕਰਨੀ ਬੋਲ ਕੇ ਦੱਸੇਗੀ ਕਿ ਸੰਤ ਕੈਸਾ ਹੈ, ਸੰਤ ਅਵਸਥਾ ਹੈ, ਸੰਤ ਕਮਾਈ ਹੈ। ਗੁਰੂ ਪਿਆਰਿਓ, ਜਿਹੜਾ ਪਖੰਡੀ ਹੈ ਉਹਨੇ ਆਪਣੇ ਮਗਰ ਭੋਲੇ ਭਾਲੇ ਲੋਕਾਂ ਨੂੰ ਜੋੜਿਆ, ਉਹਨਾਂ ਦਾ ਧਨ ਪਦਾਰਥ ਲੁੱਟਣ ਵਾਸਤੇ, ਉਹਨਾਂ ਦੀਆਂ ਇੱਜ਼ਤਾਂ ਲੁੱਟਣ ਵਾਸਤੇ ਇਹ ਪਖੰਡ ਰਚਾਇਆ ਹੈ। ਭੇਖ ਦਿਖਾਇਓ ਜਗਤ ਕੋ ਲੋਗਨ ਕੋ ਵਸ ਕੀਨ। ਅਤੇ ਮਹਾਰਾਜ ਸਾਹਿਬ ਜੀ ਬਾਣੀ ਵਿੱਚ ਫਰਮਾਨ ਕਰਦੇ ਹੈ, ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੌਲੀਨ। ਕਹਿਣ ਤੋਂ ਭਾਵ ਸੰਤ ਦੀ ਅਵਸਥਾ ਹੁੰਦੀ ਹੈ। ਸੋ ਇਸ ਕਰਕੇ ਸੰਤ ਇਹ ਨਹੀਂ ਕਿ ਅਸੀਂ ਕਹਿ ਦਈਏ ਵੀ ਕੋਈ ਸੰਤ ਨਹੀਂ ਹੁੰਦਾ, ਨਹੀਂ ਗੁਰੂ ਪਿਆਰਿਓ, ਬਾਣੀ ਵਿੱਚ ਜੋ ਕੁਝ ਆਇਆ ਸੰਤ ਦੇ ਪ੍ਰਥਾਏ ਤੇ ਮਹਾਰਾਜ ਸਾਹਿਬ ਜੀ ਲੱਛਣ ਦੱਸਦੇ ਹੈ ਕਿ ਸੰਤ ਹੁੰਦਾ ਕੌਣ ਹੈ। ਆਠ ਪਹਿਰ ਨਿਕਟ ਕਰ ਜਾਨੈ, ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ। ਸੰਤ ਰਹਿਤ ਸੁਨੋ ਮੇਰੇ ਭਾਈ, ਵਾਹ ਕੀ ਮਹਿਮਾ ਕਥਨ ਨਾ ਜਾਈ। ਸੰਤ ਐਸਾ ਹੁੰਦਾ ਹੈ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਸੰਤ ਸਹਾਈ ਪ੍ਰੇਮ ਕੇ, ਕਹਿੰਦੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦੇ ਪ੍ਰੇਮ ਦੇ ਵਿੱਚ ਜੋੜਨ ਵਾਸਤੇ ਸੰਤ ਸਹਾਈ ਹੁੰਦੇ ਜਗਾਸੂਆਂ ਦੇ। ਹਉ ਤਿਨ ਕਹਿ ਲਾਗਾ ਪਾਏ, ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ, ਪਾਏ ਕੀਏ ਪਾਏ ਲੱਗਦਾ ਹਾਂ। ਵਣ ਤ੍ਰਿਣ ਬਿਨ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਵਿਣ ਪ੍ਰਭ ਕਿਉਂ ਸੁਖ ਪਾਈਐ, ਪ੍ਰਭੂ ਤੋਂ ਬਿਨਾਂ ਕਿਵੇਂ ਸੁਖ ਪ੍ਰਾਪਤ ਕੀਤਾ ਜਾ ਸਕਦਾ ਹੈ। ਸੁਖ ਜਿਹੜਾ ਗੁਰੂ ਪਿਆਰਿਓ, ਹੁਣ ਸਾਰੇ ਜਿਤਨੇ ਵੀ ਜੀਵ ਨੇ ਸੁੱਖਾਂ ਕਰਕੇ ਭੱਜੇ ਦੌੜੇ ਫਿਰਦੇ ਹੈ। ਸਾਡੇ ਸਾਰਿਆਂ ਦੀ ਇਹ ਹਿੰਮਤ ਹੁੰਦੀ ਹੈ, ਇਹ ਜਗਿਆਸਾ ਹੁੰਦੀ ਹੈ, ਇਹ ਸਾਡਾ ਜ਼ੋਰ ਹੁੰਦਾ ਹੈ ਕਿ ਅਸੀਂ ਸੁੱਖਾਂ ਦੀ ਪ੍ਰਾਪਤੀ ਕਰੀਏ। ਸੁੱਖਾਂ ਵਾਸਤੇ ਸਾਰੇ ਭੱਜ ਦੌੜ ਕਰਦੇ, ਪਰ ਸੁੱਖ ਜਿਹੜੇ ਹੈ ਉਹ ਮਿਲਦੇ ਕਿਵੇਂ ਹੈ? ਬਹੁਤ ਔਖੇ ਮਿਲਦੇ ਹੈ। ਸਾਨੂੰ ਆ ਕੇ ਦੁੱਖ ਚਿਮੜਦੇ ਹੈ। ਮੰਗਦੇ ਤਾਂ ਅਸੀਂ ਸੁੱਖ ਹਾਂ, ਪਰ ਵੇਖਣਾ ਕਰੀਏ, ਵਿਚਾਰ ਕਰੀਏ ਕਿ ਜਿਹੜੀ ਚੀਜ਼ ਅਸੀਂ ਕਦੇ ਮੰਗਦੇ ਨਹੀਂ, ਦੁੱਖ ਕਦੇ ਨਹੀਂ ਕੋਈ ਮੰਗਦਾ। ਜਦੋਂ ਵੀ ਕੋਈ ਮੰਗਦਾ ਹੈ ਤਾਂ ਸੁੱਖ ਮੰਗਦਾ ਹੈ। ਜਦੋਂ ਆਪਾਂ ਅਰਦਾਸਾਂ ਕਰਾਉਂਦੇ ਹਾਂ ਗੁਰੂ ਘਰਾਂ ਦੇ ਅੰਦਰ ਜਾ ਕੇ, ਮਹਾਰਾਜ ਜੀ ਦੇ ਸਾਹਮਣੇ ਜਾ ਕੇ ਆਪਾਂ ਜਦੋਂ ਅਰਦਾਸ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ੋ, ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ੋ। ਸੁੱਖ ਸ਼ਾਂਤੀ ਚੜ੍ਹਦੀ ਕਲਾ ਮੰਗਦੇ ਹਾਂ ਅਸੀਂ, ਪਰ ਵੇਖਿਆ ਕੀ ਜਾਂਦਾ ਹੈ? ਮੰਗਦੇ ਤਾਂ ਅਸੀਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਹੈ, ਅਤੇ ਸਾਨੂੰ ਮਿਲਦਾ ਕੀ ਹੈ? ਦੁੱਖ ਮਿਲਦੇ ਹੈ। ਸਾਡੀ ਸ਼ਾਂਤੀ ਕਿੱਧਰ ਹੈ? ਭੰਗ ਹੋਈ ਪਈ ਹੈ। ਚੜ੍ਹਦੀ ਕਲਾ ਕਿੱਥੇ ਹੈ? ਇਹ ਅਸੀਂ ਵੇਖੀਏ ਤਾਂ ਸਹੀ, ਜਰਾ ਵਿਚਾਰ ਕਰੀਏ ਕਿ ਸਾਡੀ ਹਾਲਤ ਕੈਸੀ ਹੈ। ਮੰਗਦੇ ਅਸੀਂ ਕੁਝ ਹਾਂ ਅਤੇ ਮਿਲਦਾ ਸਾਨੂੰ ਕੁਝ ਹੋਰ ਹੀ ਪਿਆ। ਇਹ ਕਿੱਥੋਂ ਹੈ? ਸੁੱਖ ਕਿੱਥੋਂ ਮਿਲਦੇ ਹੈ? ਸ਼ਾਂਤੀ ਕਿਵੇਂ ਮਿਲਦੀ ਹੈ? ਚੜ੍ਹਦੀ ਕਲਾ ਕਿਵੇਂ ਹੁੰਦੀ ਹੈ? ਸੋ ਇਸ ਕਰਕੇ ਗੁਰੂ ਪਿਆਰਿਓ, ਮੰਗਦੇ ਤਾਂ ਅਸੀਂ ਇਹ ਹਾਂ, ਪਰ ਸਾਨੂੰ ਆ ਕੇ ਦੁੱਖ ਚਿੰਮੜਦੇ ਹੈ। ਜਿਹੜੀ ਚੀਜ਼ ਮੰਗੀ ਨਹੀਂ ਉਹ ਆਪਣੇ ਆਪ ਭੱਜੀ ਦੌੜੀ ਸਾਡੇ ਕੋਲੇ ਆਉਂਦੀ ਹੈ। ਜਿਹੜੀ ਚੀਜ਼ ਮੰਗ ਰਹੇ ਹਾਂ ਉਹ ਸਾਡੇ ਨੇੜੇ ਨਹੀਂ ਆਉਂਦੀ। ਪਰ ਮਿਲਦਾ ਕਿਵੇਂ ਹੈ? ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਵਿਣ ਪ੍ਰਭ ਕਿਉਂ ਸੁਖ ਪਾਈ ਹੈ। ਸੁਖ ਜਿਹੜਾ ਹੈ ਪ੍ਰਭੂ ਤੋਂ ਬਿਨਾਂ ਕਿਵੇਂ ਪ੍ਰਾਪਤ ਹੋ ਸਕਦਾ ਹੈ? ਦੂਜੀ ਨਾਹੀ ਜਾਏ, ਕੋਈ ਹੋਰ ਦੂਜੀ ਜਗ੍ਹਾ ਨਹੀਂ ਪ੍ਰਭੂ ਤੋਂ ਬਿਨਾਂ। ਪ੍ਰਭੂ ਦੇ ਚਰਨਾਂ ਕਮਲਾਂ ਵਿਖੇ ਹੀ ਸੁੱਖ ਹੈ, ਪ੍ਰਭੂ ਦੇ ਨਾਮ ਦੇ ਵਿੱਚ ਹੀ ਸੁੱਖ ਹੈ। ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੈ ਨਿਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਸਾਰੇ ਸੁੱਖ ਕਿਹਦੇ ਵਿੱਚ ਹੈ? ਹਰੀ ਪਰਮੇਸ਼ਰ ਅਕਾਲ ਪੁਰਖ ਦੇ ਗੁਣ ਗਾਇਨ ਦੇ ਵਿੱਚ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀ ਹੈ। ਮਹਾਰਾਜ ਸਾਹਿਬ ਜੀ ਨੇ ਤਾਂ ਸਪਸ਼ਟ ਕਰ ਦਿੱਤਾ ਬਾਣੀ ਵਿੱਚ ਕਿ ਨਾਮ ਜਪਣ ਦੇ ਵਿੱਚ, ਸੇਵਾ ਸਿਮਰਨ ਦੇ ਵਿੱਚ ਸੁਖ ਹੈ, ਉੱਥੇ ਹੀ ਸੁਖ ਹੈ। ਸੋ ਸੁਖੀਆ, ਕੌਣ ਸੁਖੀ ਹੈ? ਮਹਾਰਾਜ ਕਹਿੰਦੇ ਜਿਸ ਮਨ ਵਸਿਆ ਸੋਏ। ਜਿਹਦੇ ਮਨ ਵਿੱਚ ਪ੍ਰਭੂ ਦੇ ਨਾਮ ਵਸ ਗਏ, ਪ੍ਰਭੂ ਦਾ ਨਾਮ ਜਿਹਦੇ ਹਿਰਦੇ ਵਿੱਚ ਵਸ ਗਿਆ ਉਹ ਸੁਖੀ ਹੈ। ਸੋ ਇਸ ਕਰਕੇ ਸੋ ਸੁਖੀਆ ਸੰਸਾਰ, ਉਹੀ ਸੁਖੀ ਹੈ ਸੰਸਾਰ ਦੇ ਵਿੱਚ। ਹਰ ਕਾ ਸਿਮਰਨ ਜੋ ਕਰੇ, ਜਿਹੜਾ ਹਰੀ ਪਰਮੇਸ਼ਰ ਦਾ ਸਿਮਰਨ ਕਰਦਾ ਸੋ ਸੁਖੀਆ ਸੰਸਾਰ। ਇਸ ਸੰਸਾਰ ਦੇ ਵਿੱਚ ਮਹਾਰਾਜ ਸਾਹਿਬ ਕਹਿੰਦੇ ਹੈ ਦੁਖੀ ਸਾਰੀ ਹੈ, ਨਾਨਕ ਦੁਖੀਆ
ਸਭ ਸੰਸਾਰ। ਸੁਖੀ ਕੌਣ ਹੈ? ਜਿਹੜਾ ਪ੍ਰਭੂ ਦਾ ਸਿਮਰਨ ਕਰ ਰਿਹਾ। ਸੋ ਇਸ ਕਰਕੇ ਕੋਈ ਹੋਰ ਦੂਸਰੇ ਥਾਂ 'ਤੇ ਦੂਜੀ ਨਾਹੀਂ ਜਾਏ, ਕਿਸੇ ਹੋਰ ਜਗ੍ਹਾ 'ਤੇ ਸੁੱਖ ਨਹੀਂ। ਪ੍ਰਭੂ ਤੋਂ ਬਿਨਾਂ ਤੇ ਹੋਰ ਕਿਸੇ ਪ੍ਰਕਾਰ ਦਾ ਕਿਸੇ ਪਾਸੇ ਵੀ ਕੋਈ ਸੁੱਖ ਨਹੀਂ ਹੈ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਜਿਨ੍ਹਾਂ ਨੇ ਪ੍ਰਭੂ ਦੇ ਪ੍ਰੇਮ ਦਾ ਰਸ ਚੱਖ ਲਿਆ, ਪ੍ਰੇਮ ਦਾ ਰਸ, ਜਿਨੀ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਪ੍ਰੇਮ ਦਾ ਰਸ ਚੱਖ ਲਿਆ ਨਾ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਤੇ ਕਹਿੰਦੇ ਉਹਨਾਂ ਨੂੰ ਸਾਰੇ ਪ੍ਰਕਾਰ ਦਾ ਰੱਜ ਆ ਗਿਆ, ਤ੍ਰਿਪਤੀ ਆ ਗਈ, ਸਬਰ ਸੰਤੋਖ ਆ ਗਿਆ। ਜਿਨ੍ਹਾਂ ਨੇ ਪ੍ਰਭੂ ਪ੍ਰੇਮ ਦਾ ਰਸ ਚੱਖ ਲਿਆ ਤੇ ਉਹਨੂੰ ਹੋਰ ਕੀ ਚਾਹੀਦਾ? ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਇਹ ਰਸ ਹੀ ਐਸਾ ਹੈ। ਇਸ ਰਸ ਦੇ ਕਰਕੇ ਜੇ ਰਸ ਬਿਸਰ ਗਏ ਰਸ ਔਰ। ਇਹ ਰਸ ਹੀ ਐਸਾ ਹੈ। ਜੇ ਕਿਤੇ ਇਹ ਰਸ ਜਿਨ੍ਹਾਂ ਨੇ ਚੱਖ ਲਿਆ, ਜਿਨ੍ਹਾਂ ਨੇ ਚੱਖਿਆ ਉਹਨਾਂ ਨੂੰ ਪਤਾ ਹੈ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਉਹਨਾਂ ਨੂੰ ਸਾਰੇ ਪ੍ਰਕਾਰ ਦਾ ਰੱਜ ਆ ਗਿਆ, ਸਬਰ ਸੰਤੋਖ ਆ ਗਿਆ ਤੇ ਉਹਨਾਂ ਦੀ ਤ੍ਰਿਪਤੀ ਹੋ ਗਈ ਹੈ ਜੀ। ਆਪ ਤਿਆਗ ਬਿਨਤੀ ਕਰ ਹੈ ਲਿਹੋ ਪ੍ਰਭੂ ਲੜ ਲਾਏ। ਉਹ ਤਾਂ ਆਪਣਾ ਭਾਵ ਹੰਕਾਰ ਤਿਆਗ ਕੇ ਬੇਨਤੀਆਂ ਕਰਦੇ ਹੈ। ਆਪ ਤਿਆਗ ਬਿਨਤੀ ਕਰ ਹੈ, ਉਹ ਬੇਨਤੀਆਂ ਕਰਦੇ ਹੈ ਤੇ ਕਹਿੰਦੇ ਹੈ ਲਿਹੋ ਪ੍ਰਭੂ ਲੜ ਲਾਏ, ਕਿ ਪ੍ਰਭੂ ਜੀ ਸਾਨੂੰ ਹਮੇਸ਼ਾ ਹੀ ਆਪਣੇ ਲੜਕੀ ਪੱਲੇ ਨਾਲ ਲਾ ਕੇ ਲਿਓ ਕੀ ਜੋੜ ਲੈਣਾ ਕਰੋ, ਸਾਨੂੰ ਆਪਣੇ ਨਾਲ ਜੋੜ ਕੇ ਰੱਖਣਾ ਕਰੋ ਜੀ। ਜੋ ਹਰ ਕੰਤ ਮਿਲਾਈਆ ਸੇ ਵਿਛੁੜ ਕਤਹਿ ਨਾ ਜਾਏ। ਜਿਸ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਨੇ, ਜਿਹੜੇ ਜਗਿਆਸੂ ਰੂਪ ਇਸਤਰੀਆਂ ਨੇ ਮਹਾਰਾਜ ਸਾਹਿਬ ਜੀ ਦੇ ਨਾਲ ਕਹਿੰਦੇ ਜੁੜਨਾ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹੈ, ਜੋ ਹਰ ਕੰਤ ਮਿਲਾਈਆ। ਜਿਨ੍ਹਾਂ ਜਗਿਆਸੂ ਰੂਪ ਇਸਤਰੀਆਂ ਨੂੰ ਹਰੀ ਪਰਮੇਸ਼ਰ ਕੰਤ ਕੀ ਪਤੀ ਨੇ ਆਪਣੇ ਨਾਲ ਮਿਲਾਈਆਂ ਕੀ ਹੈ, ਅਭੇਦ ਕਰ ਲਈਆਂ ਨੇ, ਸੇ ਵਿਛੜ ਕਤਹਿ ਨਾ ਜਾਏ। ਫਿਰ ਉਹ ਵਿਛੜ ਕੇ ਕਿਤੇ ਹੋਰ ਨਹੀਂ ਜਾਂਦੀਆਂ, ਭਾਵ ਕਿਸੇ ਟੇਢੀਆਂ ਵਿੰਗੀਆਂ ਜੂਨਾਂ ਵਿੱਚ ਨਹੀਂ ਜਾਂਦੀਆਂ। ਉਹ ਜਗਿਆਸੂ ਰੂਪ ਇਸਤਰੀਆਂ ਜਿਨ੍ਹਾਂ ਨੇ ਪ੍ਰਭੂ ਪਰਮੇਸ਼ਰ ਨੇ ਆਪਣੇ ਨਾਲ ਮਿਲਾਈਆਂ ਕੀ ਹੈ, ਅਭੇਦ ਕਰ ਲਈਆਂ, ਜੋੜ ਲਈਆਂ ਨੇ, ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਨਾਲ ਜੋੜ ਲਿਆ। ਤੇ ਫਿਰ ਉਹ ਕਿਸੇ ਪ੍ਰਕਾਰ ਦੀ ਜੂਨਾਂ ਵਿੱਚ ਨਹੀਂ ਜਾਂਦੇ, ਟੇਢੀਆਂ ਵਿੰਗੀਆਂ ਜੂਨਾਂ ਵਿੱਚ ਜਾ ਕੇ ਉਹਨਾਂ ਨੂੰ ਫਿਰ ਖੁਆਰ ਨਹੀਂ ਹੋਣਾ ਪੈਂਦਾ। ਵਿਛੜ ਕਤਹਿ ਨਾ ਜਾਏ, ਉਹ ਪ੍ਰਭੂ ਤੋਂ ਫਿਰ ਕਦੇ ਵੀ ਜਾ ਕੇ ਵਿਛੜਦੀਆਂ ਨਹੀਂ ਹਨ। ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸਰਣ ਆਏ। ਤੇ ਪ੍ਰਭੂ ਤੋਂ ਬਿਨਾਂ ਕੋਈ ਹੋਰ ਦੂਸਰਾ ਨਹੀਂ ਜਿਹਦੀ ਸ਼ਰਨ ਵਿੱਚ ਉਹ ਜਾਣ। ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸਰਣ ਆਏ। ਸਤਿਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਹੈ ਕਿ ਜੋ ਉਸ ਹਰੀ ਪਰਮੇਸ਼ਰ ਅਕਾਲ ਪੁਰਖ ਦੀ ਸ਼ਰਨ ਆ ਗਈਆਂ ਤੇ ਫਿਰ ਹੋਰ ਉਹ ਦੂਸਰੇ ਕਿਸੇ ਪਾਸੇ ਨਹੀਂ ਜਾਂਦੀਆਂ। ਪ੍ਰਭ ਬਿਨ ਦੂਜਾ ਕੋ ਨਹੀਂ, ਉਹਨਾਂ ਦਾ ਕੋਈ ਹੋਰ ਵੀ ਪ੍ਰਭੂ ਤੋਂ ਬਿਨਾਂ ਕੋਈ ਹੋਰ ਦੂਸਰਾ ਟਿਕਾਣਾ ਨਹੀਂ ਹੈ, ਕੋਈ ਦੂਸਰਾ ਥਾਂ ਨਹੀਂ ਹੈ ਜਿਹੜੀ ਉਹਨਾਂ ਦੀ ਕੋਈ ਹੋਰ ਪ੍ਰਭੂ ਤੋਂ ਬਿਨਾਂ ਕੋਈ ਸ਼ਰਨ ਹੋਵੇ। ਉਹਨਾਂ ਦੀ ਸ਼ਰਨ ਜਿਹੜੀ ਹੈ ਉਹ ਹਰੀ ਪਰਮੇਸ਼ਰ ਅਕਾਲ ਪੁਰਖ ਦੀ ਹੀ ਸ਼ਰਨ ਵਿੱਚ ਜਾ ਕੇ ਟਿਕਦੀਆਂ ਹਨ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰਿ ਰਾਏ। ਜਿਨ੍ਹਾਂ ਜਗਿਆ ਸਰੂਪ ਇਸਤਰੀਆਂ ਨੂੰ ਪਰਮੇਸ਼ਰ ਦੀ ਅਕਾਲ ਪੁਰਖ ਦੀ ਕਿਰਪਾ ਹੋਈ ਹੈ, ਜਿਨ੍ਹਾਂ ਮਾਇਆ ਹਰਿ ਰਾਏ, ਮਾਇਆ ਤੋਂ ਭਾਵ ਦਇਆ ਹੈ, ਹਰਿ ਰਾਏ ਜਿਨ੍ਹਾਂ 'ਤੇ ਉਸ ਹਰੀ ਪਰਮੇਸ਼ਰ ਰਾਏ ਕੀ ਰਾਜਾ ਰੂਪ ਜਿਹੜਾ ਪਰਮੇਸ਼ਰ ਅਕਾਲ ਪੁਰਖ ਸਾਰਿਆਂ ਦਾ ਹੀ ਰਾਜਾ ਹੈ, ਉਹਦੀ ਜਿਹੜੀ ਮਾਇਆ ਕੀ ਕਿਰਪਾ ਦ੍ਰਿਸ਼ਟੀ ਹੋਈ ਹੈ। ਤੇ ਫਿਰ ਕਹਿੰਦੇ ਉਹੀ ਜਗਿਆ ਸਰੂਪ ਇਸਤਰੀਆਂ ਅੱਸੂ ਦੇ ਮਹੀਨੇ ਵਿੱਚ ਸੁਖੀ ਵਸੰਦੀਆਂ, ਉਹੀ ਸੁਖੀ ਵਸਦੀਆਂ ਨੇ ਜਿਨ੍ਹਾਂ 'ਤੇ ਉਸ ਅਕਾਲ ਪੁਰਖ ਦੀ ਮਾਇਆ ਕੀ ਕਿਰਪਾ ਹੁੰਦੀ ਹੈ। ਗੁਰੂ ਪਿਆਰਿਓ, ਅੱਸੂ ਦਾ ਮਹੀਨਾ ਜਿਹੜਾ ਹੈ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਆ, ਉਹਦੇ ਵਿੱਚ ਕਰਨਾ ਕੀ ਹੈ? ਅੱਸੂ ਸੁਖੀ ਵਸੰਦੀ ਆ, ਅਤੇ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਦੀ ਕਿਰਪਾ ਹੋਵੇ ਅਤੇ ਅਸੀਂ ਉਸ ਪਰਮੇਸ਼ਰ ਦੀ ਕਿਰਪਾ ਦੇ ਪਾਤਰ ਬਣਨਾ ਅਤੇ ਉਹਦੇ ਨਾਲ ਮਿਲਾਪ ਕਰਨ ਦੀ ਜਿਹੜੀ ਤਾਂਘ ਹੈ ਉਹਨੂੰ ਵੀ ਪੂਰੀ ਕਰਨਾ ਹੈ। ਮਿਲਾਪ, ਪਰਮੇਸ਼ਰ ਦੇ ਦਰਸ਼ਨ,
ਪ੍ਰਭੂ ਦਾ ਜੋ ਨਾਮ ਹੈ ਇਹਦੇ ਵਿੱਚ ਜੁੜਨ ਦੇ ਨਾਲ ਹੀ ਅੱਸੂ ਦੇ ਮਹੀਨੇ ਵਿੱਚ ਸਾਡਾ ਸਫਲਾ ਆਇਆ ਹੋ ਜਾਏਗਾ। ਅਤੇ ਅੱਸੂ ਦਾ ਮਹੀਨਾ ਗੁਰੂ ਪਿਆਰਿਓ, ਅਖੀਰ ਦੇ ਵਿੱਚ ਦਾਸ ਬੇਨਤੀ ਕਰੇ ਕਿ ਅੱਸੂ ਦਾ ਮਹੀਨਾ ਜਿਹੜਾ ਹੈ ਉਹ ਸਮਝਣਾ ਕੀ ਹੈ, ਮਨੁੱਖਾ ਸਰੀਰ। ਕਿਉਂਕਿ ਮਨੁੱਖਾ ਸਰੀਰ ਰੂਪੀ ਅੱਸੂ ਦੇ ਮਹੀਨੇ ਵਿੱਚ ਕਰਨਾ ਕੀ ਹੈ, ਜੋ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ। ਜੇ ਅਸੀਂ ਇਹ ਕਹਿ ਦਿੱਤਾ ਕਿ ਅੱਸੂ ਦੇ ਮਹੀਨੇ ਵਿੱਚ ਆਹ ਕੁਝ ਕਰਨਾ ਹੈ ਅਤੇ ਬਾਕੀ ਦੇ ਮਹੀਨਿਆਂ ਦੇ ਵਿੱਚ ਇਹ ਕੁਝ ਨਹੀਂ ਕਰਨਾ, ਐਸਾ ਨਹੀਂ। ਅੱਸੂ ਦਾ ਮਹੀਨਾ ਸਮਝਣਾ ਹੈ ਆਪਣੇ ਆਪ ਦਾ ਮਨੁੱਖਾ ਸਰੀਰ। ਅੱਸੂ ਦਾ ਮਹੀਨਾ ਤਾਂ ਸਾਲ ਬਾਅਦ ਫੇਰ ਆ ਜਾਏਗਾ, ਪਰ ਜਿਹੜਾ ਹੈ ਮਨੁੱਖਾ ਸਰੀਰ ਹੈ ਇਹਨੇ ਵਾਰ-ਵਾਰ ਨਹੀਂ ਆਉਣਾ। ਅਤੇ ਮਹਾਰਾਜ ਸਾਹਿਬ ਜੀ ਸਾਨੂੰ ਸੇਧ ਦਿੰਦੇ ਹੈ ਕਿ ਮਨੁੱਖਾ ਸਰੀਰ ਰੂਪੀ ਜਿਹੜਾ ਅੱਸੂ ਦਾ ਮਹੀਨਾ ਹੈ ਉਹਦੇ ਵਿੱਚ ਕਰਨਾ ਕੀ ਹੈ, ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਸਾਨੂੰ ਲੱਗੇ, ਅਸੀਂ ਦਰਸ਼ਨ ਕਰੀਏ ਅਤੇ ਪ੍ਰਭੂ ਦੇ ਗੁਣ ਗਾਇਨ ਕਰੀਏ ਜੇ ਅਸੀਂ ਸੁਖ ਚਾਹੁੰਦੇ ਹਾਂ। ਸਤਿਗੁਰ ਪਾਤਸ਼ਾਹ ਕਿਰਪਾ ਕਰਨ। ਦਾਸ ਅਖੀਰ ਦੇ ਵਿੱਚ ਸਮੁੱਚੇ ਸਾਡੇ ਜੋ ਵੀ ਪ੍ਰਚਾਰਕ ਵਰਗ ਹੈ ਪੰਥ ਦੇ ਦਾ, ਜੋ ਇੱਕ ਐਸਾ ਜੋ ਅੱਜ ਦਾ ਜੋ ਸਮਾਂ ਚੱਲ ਰਿਹਾ ਗੁਰੂ ਪਿਆਰਿਓ, ਸਮਾਂ ਐਸਾ ਭਿਆਨਕ ਚੱਲ ਰਿਹਾ ਹੈ ਕਿ ਦੁੱਖ ਆਉਂਦਾ ਹੈ ਕਿ ਸਾਡੇ ਪੰਥ ਦੇ ਵਿੱਚ ਕੈਸੇ ਕੈਸੇ ਵਿਗਾੜ ਪੈ ਰਹੇ ਹੈ। ਗੁਰੂ ਪਿਆਰਿਓ, ਸਭਨਾਂ ਨੂੰ ਇੱਕ ਹੋ ਕੇ ਚੱਲਣਾ ਹੈ ਅਤੇ ਜੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਅਸੀਂ ਲੈਣੀਆਂ ਚਾਹੁੰਦੇ ਹਾਂ ਤਾਂ ਸਾਨੂੰ ਇੱਕ ਹੋਣਾ ਪਏਗਾ। ਗੁਰੂ ਪਾਤਸ਼ਾਹ ਦੀ ਤਾਬਿਆਂ ਸਾਨੂੰ ਆਉਣਾ ਪੈਣਾ ਹੈ। ਗੁਰੂ ਪਿਆਰਿਓ, ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਬਹੁਤ ਭਿਆਨਕ ਸਮਾਂ ਚੱਲ ਰਿਹਾ ਹੈ। ਕੋਈ ਕਿਸੇ ਨੂੰ ਕਿਸੇ ਦੇ ਟੀਕਾ ਟਿੱਪਣੀ ਕਰ ਰਿਹਾ ਹੈ, ਕੋਈ ਸੰਤ 'ਤੇ ਟੀਕਾ ਟਿੱਪਣੀ ਕਰ ਰਿਹਾ ਹੈ, ਕੋਈ ਕਿਸੇ ਪ੍ਰਚਾਰਕ 'ਤੇ ਟੀਕਾ ਟਿੱਪਣੀ ਕਰ ਰਿਹਾ ਹੈ, ਕੋਈ ਜਿਵੇਂ ਹੁਣ ਅਜੋਕਾ ਸਮਾਂ ਚੱਲ ਰਿਹਾ ਹੈ ਕਿ ਰਾਗੀ ਸਿੰਘਾਂ ਦੇ ਨਾਲ ਬਹੁਤ ਕੁਛ ਚੱਲ ਰਿਹਾ ਹੈ। ਗੁਰੂ ਪਿਆਰਿਓ, ਸਭਨਾਂ ਨੇ ਇੱਕੋ ਹੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਕਮਲਾਂ ਦੇ ਜੇਕਰ ਅਸੀਂ ਆਸਰਾ ਲੈ ਲਈਏ ਤਾਂ ਸਾਡਾ ਭਲਾ ਹੋ ਜਾਏ। ਬਹੁਤ ਵੱਡਾ ਭਾਰੀ ਨੁਕਸਾਨ ਜਿਹੜਾ ਪੰਥ ਦਾ ਇਸ ਵਕਤ ਚੱਲ ਰਿਹਾ ਹੈ। ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਸਭਨਾਂ ਨੂੰ ਮੱਤ ਸਮੱਤ ਦੇਣ ਤਾਂ ਕਿ ਅਸੀਂ ਇੱਕ ਹੋਈਏ। ਗੁਰੂ ਪਿਆਰਿਓ, ਇੱਕ ਹੋਣਾ ਹੀ ਵਾਜਬ ਹੋਏਗਾ। ਸੋ ਇਸ ਕਰਕੇ ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਪੰਥ ਦਾ ਜਿਹੜਾ ਇਹ ਬਹੁਤ ਵੱਡਾ ਹਿੱਸਾ ਇੱਕ ਪਾਸੇ ਤੋਂ ਕੋਈ ਕਿਸੇ ਪਾਸੇ ਤੋਂ ਦੂਰ ਹੁੰਦੇ ਜਾ ਰਹੇ ਹਾਂ। ਗੁਰੂ ਪਿਆਰਿਓ, ਇਹ ਸਾਨੂੰ ਸਮਝਣਾ ਪੈਣਾ। ਸਵਾਓ ਕਿਸੇ ਦਾ ਨਰਾਦਰ ਨਾ ਕਰੀਏ, ਸਭ ਦਾ ਭਲਾ ਮੰਗੀਏ। ਕਿਉਂਕਿ ਸਤਿਗੁਰ ਪਾਤਸ਼ਾਹ ਨੇ ਸਾਨੂੰ ਇਹੀ ਸਿਖਾਇਆ ਹੈ, ਸਾਨੂੰ ਸਾਰਿਆਂ ਨੂੰ ਇਹੀ ਸੰਕੇਤ ਦਿੱਤਾ ਹੈ, ਇਹੀ ਸਾਨੂੰ ਉਪਦੇਸ਼ ਦਿੱਤਾ ਹੈ ਕਿ ਸਾਰਿਆਂ ਦਾ ਭਲਾ ਮੰਗੀਏ ਸਮੁੱਚੇ ਸਿੱਖ ਵਰਗ ਦੇ ਅੰਦਰ। ਕਿਉਂਕਿ ਮਹਾਰਾਜ ਸਾਹਿਬ ਜੀ ਨੇ ਸਾਨੂੰ ਅਰਦਾਸ ਜਿਹੜੀ ਬਖਸ਼ੀ ਅਤੇ ਉਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹੀ ਬਖਸ਼ਿਸ਼ ਕੀਤਾ ਹੈ ਜੋ ਸਾਨੂੰ ਕਿ ਮਹਾਰਾਜ ਕਹਿੰਦੇ ਹੈ ਕਿ ਸਾਰਿਆਂ ਦਾ ਭਲਾ ਮੰਗਣਾ। ਇਹ ਨਹੀਂ ਕਿ ਅਸੀਂ ਕਿਸੇ ਦਾ ਭਲਾ ਮੰਗੀਏ, ਫਲਾਣੇ ਦਾ ਭਲਾ ਹੈ, ਮੇਰਾ ਭਲਾ ਹੈ, ਉਹ ਮੇਰੇ ਮਿਲਣ ਵਾਲੇ ਦਾ ਭਲਾ ਹੈ, ਮੇਰੇ ਪ੍ਰੇਮ ਵਾਲੇ ਦਾ ਭਲਾ ਹੈ। ਨਹੀਂ, ਐਸਾ ਨਹੀਂ, ਸਭ ਦਾ ਭਲਾ। ਸਤਿਗੁਰ ਪਾਤਸ਼ਾਹ ਜੀ, ਕਿਉਂਕਿ ਜਦੋਂ ਆਪਾਂ ਅਰਦਾਸ ਕਰਕੇ ਸਮਾਪਤੀ ਕਰਦੇ ਹਾਂ ਅਤੇ ਉਦੋਂ ਮਹਾਰਾਜ ਦੇ ਜੋ ਬਚਨ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਦਾ ਭਲਾ ਹੋਵੇ। ਸਾਰਿਆਂ ਨੂੰ ਸਾਨੂੰ ਮਹਾਰਾਜ ਮੱਤ ਸਮੱਤ ਦੇਣ ਤਾਂ ਕਿ ਅਸੀਂ ਇੱਕ ਹੋਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਤਾਬਿਆਂ ਆਈਏ, ਉਹਦੇ ਤਾਬੇਦਾਰ ਬਣੀਏ, ਨਾਮ ਦੇ ਵਿੱਚ ਜੁੜੀਏ, ਸੇਵਾ ਸਿਮਰਨ ਦੇ ਵਿੱਚ ਜੁੜੀਏ। ਅੱਸੂ ਦੇ ਮਹੀਨੇ ਦੇ ਪ੍ਰਥਾएं ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।